दोस्तों सिर्फ कुछ ही दिन ये 1 ਤੋਂ 2 पत्ते खा लो ਤੁਸੀਂ 100 ਸਾਲ ਤੱਕ ਕਦੀ ਵੀ ਬਿਮਾਰ ਨਹੀਂ ਹੋਵੋਗੇ। ਅੱਜ ਅਸੀਂ ਤੁਹਾਨੂੰ ਐਸੇ ਚਮਤਕਾਰੀ ਪੌਦੇ ਬਾਰੇ ਦੱਸਾਂਗੇ ਜਿਸ ਦਾ ਪ੍ਰਯੋਗ ਕਰਕੇ ਤੁਸੀਂ ਆਪਣੇ ਸਰੀਰ ਨੂੰ ਬਿਲਕੁਲ ਪੂਰੀ ਤਰ੍ਹਾਂ ਨਿਰੋਗੀ ਬਣਾ ਸਕਦੇ ਹੋ। ਜਿਸ ਦੇ ਇਸਤੇਮਾਲ ਕਰਨ ਦੇ ਨਾਲ ਅਸੀਂ ਸਿਰ ਦਰਦ, ਪੇਟ ਦੇ ਰੋਗ, ਹਾਈ ਕੋਲੇਸਟ੍ਰੋਲ, ਸ਼ੂਗਰ, ਬਲੱਡ ਪ੍ਰੈਸ਼ਰ, ਮੋਟਾਪਾ, ਚਮੜੀ ਦੇ ਰੋਗ, ਗੁਰਦੇ ਦੀ ਪੱਥਰੀ, पेशाब ਵਿੱਚ ਜਲਣ ਦੀ ਸਮੱਸਿਆ ਤੇ ਨਿਗਾਹ ਦੀ ਕਮਜ਼ੋਰੀ ਤੇ ਇਸ ਤੋਂ ਇਲਾਵਾ ਹੋਰ ਵੀ ਅਸੀਂ ਕਈ ਸਾਰੀਆਂ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਾਂ ਤੇ ਕਈ ਸਾਰੀਆਂ ਭੈੜੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਦੋਸਤੋ ਜਿਸ ਗੁਣਕਾਰੀ ਪੱਤੇ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਪੱਤੇ ਦਾ ਨਾਮ ਆ ਪੱਥਰ ਚੱਟ ਦਾ ਪੱਤਾ, ਜੋ ਕਿ ਬਹੁਤ ਸਾਰੇ ਫਾਇਦਾ ਕਰਨ ਵਾਲੇ ਕੁਦਰਤੀ ਗੁਣਾਂ ਦਾ ਖਜ਼ਾਨਾ ਆ। ਦੇਖੋ ਇਹ ਪੌਦਾ ਹਰੇ ਰੰਗ ਦਾ ਹੁੰਦਾ ਹੈ ਜਿਸ ਦੀ ਲੰਬਾਈ ਤਕਰੀਬਨ 3 ਤੋਂ 4 ਫੁੱਟ ਹੁੰਦੀ ਆ ਤੇ ਇਸ ਦੇ ਪੱਤੇ ਦਾ ਸਵਾਦ ਥੋੜਾ ਖੱਟਾ ਤੇ ਨਮਕੀਨ ਜਿਹਾ ਹੁੰਦਾ ਹੈ ਤੇ ਇਹਨੂੰ ਅਸੀਂ ਕਿਸੇ ਵੀ ਮੌਸਮ ਦੇ ਵਿੱਚ ਖਾ ਸਕਦੇ ਹਾਂ। ਤਾਂ ਚਲੋ ਦੋਸਤੋ ਜਾਣਦੇ ਹਾਂ ਇਸ ਦੇ ਫਾਇਦਿਆਂ ਦੇ ਬਾਰੇ। ਪੱਥਰ ਚੱਟ ਦੇ 1 ਤੋਂ 2 ਪੱਤੇ ਨੂੰ ਰੋਜ਼ਾਨਾ ਸਵੇਰੇ ਅਸੀਂ ਜੇ ਖਾਲੀ ਪੇਟ ਚੰਗੀ ਤਰ੍ਹਾਂ ਚਬਾ ਕੇ ਖਾਂਦੇ ਹਾਂ, ਉਸ ਤੋਂ ਬਾਅਦ 1 ਗਲਾਸ ਗਰਮ ਪਾਣੀ ਜਾਂ ਕੋਸਾ ਪਾਣੀ ਪੀਂਦੇ ਹਾਂ ਤਾਂ ਇਹ ਸਾਡੇ ਸਰੀਰ ਦੇ ਵਿੱਚ ਕਦੀ ਵੀ ਬੁਢਾਪਾ ਨਹੀਂ ਆਣ ਦਿੰਦਾ। ਇਸ ਦੇ ਪੱਤੇ ਖਾਣ ਨਾਲ ਚਿਹਰੇ ਤੇ ਚਮਕ ਤੇ ਗਲੋ ਆਉਂਦੀ ਆ, ਜਿਹਦੇ ਨਾਲ ਤੁਸੀਂ 60 ਸਾਲ ਦੀ ਉਮਰ ਦੇ ਵਿੱਚ ਵੀ 25 ਤੋਂ 30 ਸਾਲ ਦੇ ਲੱਗੋਗੇ। ਜਾਣੀ ਕਿ ਜਿੱਦਾਂ 25 ਤੋਂ 30 ਸਾਲ ਦੀ ਜਵਾਨੀ ਦੀ ਉਮਰ ਦੇ ਵਿੱਚ ਜੋ ਤੇਜ਼ ਹੁੰਦਾ ਆ, ਸਰੀਰ ਦੇ ਵਿੱਚ ਜੋ ਤਾਕਤ ਹੁੰਦੀ ਆ, ਚਿਹਰੇ ਤੇ ਜੋ ਗਲੋ ਹੁੰਦਾ ਆ, ਉਹ ਤੁਹਾਨੂੰ 60 ਸਾਲ ਦੀ ਉਮਰ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ। ਤੇ ਇਹ ਪੱਤਾ ਤੁਹਾਡੇ ਪੂਰੇ ਸਰੀਰ ਦੀ ਕਮਜ਼ੋਰੀ ਨੂੰ ਜੜ ਤੋਂ ਖਤਮ ਕਰਨ ਲਈ ਬਹੁਤ ਫਾਇਦਾ ਕਰੂੰਗਾ। ਤਾਂ ਦੋਸਤੋ ਜੇਕਰ ਕਿਸੇ ਦੇ ਗੁਰਦਿਆਂ ਵਿੱਚ ਪੱਥਰੀ ਆ ਤਾਂ ਉਦੋਂ ਵੀ ਇਹ ਪੌਦਾ ਉਹਨਾਂ ਲਈ ਇੱਕ ਵਰਦਾਨ ਦਾ ਕੰਮ ਕਰਦਾ ਹੈ। ਤੁਸੀਂ ਇਹਦੇ ਨਾਮ ਤੋਂ ਹੀ ਇਹਨੂੰ ਜਾਣ ਸਕਦੇ ਆ, ਪੱਥਰ ਚੱਟ, ਜਾਣੀ ਕਿ ਪੱਥਰ ਨੂੰ ਚੱਟ ਜਾਣ ਵਾਲਾ। ਵਾਕਈ ਹੀ ਦੋਸਤੋ ਇਹ ਪੱਥਰ ਚੱਟ ਦਾ ਪੱਤਾ ਪੱਥਰੀ ਨੂੰ ਚੱਟ ਜਾਂਦਾ ਹੈ, ਜਾਣੀ ਕਿ ਇਹ ਗੁਰਦਿਆਂ ਵਿੱਚ ਬਣੀ ਹੋਈ ਪੱਥਰੀ ਨੂੰ ਗਾਲ ਕੇ ਉਹਨੂੰ ਬਾਹਰ ਕੱਢਣ ਦੇ ਵਿੱਚ ਬਹੁਤ ਹੀ ਜ਼ਿਆਦਾ ਸਹਾਇਕ ਮੰਨਿਆ ਜਾਂਦਾ ਹੈ। ਦੇਖੋ ਇਸ ਪੌਦੇ ਦੇ ਪੱਤਿਆਂ ਨੂੰ ਆਯੁਰਵੈਦਿਕ ਤੇ ਹੋਮਿਓਪੈਥਿਕ ਦਵਾਈਆਂ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ ਤੇ ਇਹਨਾਂ ਦਵਾਈਆਂ ਦਾ ਇਸਤੇਮਾਲ ਗੁਰਦੇ ਦੀ ਪੱਥਰੀ ਨੂੰ ਬਾਹਰ ਕੱਢਣ ਲਈ ਕੀਤਾ ਜਾਂਦਾ ਹੈ। ਦੋਸਤੋ ਇਹ ਪੱਤਾ ਕਿਡਨੀਆਂ ਦੇ ਵਿੱਚ ਬਣੇ ਹੋਏ ਸਟੋਨ ਨੂੰ ਖਤਮ ਕਰਨ ਵਿੱਚ ਬਹੁਤ ਹੀ ਜ਼ਬਰਦਸਤ ਫਾਇਦਾ ਕਰਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਪੇਸ਼ਾਬ ਵਿੱਚ ਜਲਣ ਦੀ ਸਮੱਸਿਆ ਹੁੰਦੀ ਆ, ਯੂਰਿਨ ਇਨਫੈਕਸ਼ਨ ਰਹਿੰਦੀ ਆ, ਤਾਂ ਇਹ ਪੱਤਾ ਉਸ ਸਮੱਸਿਆ ਦੇ ਵਿੱਚ ਵੀ ਬਹੁਤ ਰਾਹਤ ਦਿੰਦਾ ਹੈ, ਕਿਉਂਕਿ ਇਹ ਸਾਡੇ ਸਰੀਰ ਦੇ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ ਤੇ ਨਾਲ ਹੀ ਇਹ ਸਾਡੇ ਗੁਰਦਿਆਂ ਦੀ ਵੀ ਸਫਾਈ ਰੱਖਦਾ ਹੈ ਤੇ ਸਾਡੇ ਪੇਟ ਦੀ ਵੀ ਸਫਾਈ ਰੱਖਦਾ ਹੈ ਤੇ ਪੇਸ਼ਾਬ ਵਿੱਚ ਜਲਣ ਵਰਗੀ ਸਮੱਸਿਆ ਨੂੰ ਖਤਮ ਕਰਨ ਵਿੱਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਡਾਇਬਟੀਜ਼ ਜਾਣੀ ਕਿ ਸ਼ੂਗਰ ਵਰਗੀ ਸਮੱਸਿਆ ਹੈ ਤਾਂ ਇਹ ਸਾਡੇ ਸ਼ੂਗਰ ਲੈਵਲ ਨੂੰ ਕੰਟਰੋਲ ਰੱਖਣ ਦੇ ਵਿੱਚ ਮਦਦ ਕਰਦਾ ਹੈ। ਨਾਲ ਹੀ ਸਾਡੇ ਸਰੀਰ ਦੇ ਵਿੱਚ ਸ਼ੂਗਰ ਵਰਗੀ ਬਿਮਾਰੀ ਦੇ ਨਾਲ ਜੋ ਨੁਕਸਾਨ ਹੁੰਦੇ ਆ, ਇਹ ਉਹਨਾਂ ਨੂੰ ਠੀਕ ਕਰਨ ਵਿੱਚ ਵੀ ਬਹੁਤ ਫਾਇਦਾ ਕਰਦਾ ਹੈ। ਦੇਖੋ ਜਿੱਦਾਂ ਕਿ ਸਾਨੂੰ ਪਤਾ ਹੈ ਕਿ ਸ਼ੂਗਰ ਵਧਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਕਿਡਨੀਆਂ ਖਰਾਬ ਹੋਣ ਦਾ ਖਤਰਾ ਤੇ ਹਾਰਟ ਅਟੈਕ, ਸਟ੍ਰੋਕ ਵਰਗੀ ਬਿਮਾਰੀ ਦਾ ਖਤਰਾ ਬਣਿਆ ਰਹਿੰਦਾ ਹੈ। ਤਾਂ ਦੇਖੋ ਉਹਨਾਂ ਵਾਸਤੇ ਵੀ ਇਹ ਪੱਤਾ ਕਿਸੇ ਵਰਦਾਨ ਤੋਂ ਘੱਟ ਨਹੀਂ ਆ। ਇਸ ਲਈ ਜੇਕਰ ਤੁਸੀਂ ਸਵੇਰੇ ਉੱਠ ਕੇ ਇਸ ਪੌਦੇ ਦੇ 1 ਤੋਂ 2 ਪੱਤੇ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਂਦੇ ਹੋ ਤੇ ਮਗਰੋਂ ਗਰਮ ਪਾਣੀ ਜਾਂ ਕੋਸੇ ਪਾਣੀ ਦੇ 1-2 ਗਲਾਸ ਪੀਂਦੇ ਹੋ ਤਾਂ ਇਹ ਪੱਤਾ ਸਾਡੀ ਇਸ ਤਰ੍ਹਾਂ ਦੀ ਬਿਮਾਰੀ ਨੂੰ ਠੀਕ ਕਰਨ ਵਿੱਚ ਵੀ ਮਦਦ ਕਰੂੰਗਾ। ਇਸ ਤੋਂ ਇਲਾਵਾ ਦੋਸਤੋ ਜੇਕਰ ਕਿਸੇ ਦੇ ਪੇਟ ਵਿੱਚ ਜ਼ਿਆਦਾ ਤੇਜ਼ਾਬ ਬਣਨ ਦੇ ਕਰਕੇ ਅਲਸਰ ਵਰਗੀ ਸਮੱਸਿਆ ਬਣ ਜਾਂਦੀ ਹੈ, ਪੇਟ ਦੇ ਵਿੱਚ ਜ਼ਿਆਦਾ ਐਸਿਡ ਤੇਜ਼ਾਬ ਬਣਨ ਦੇ ਕਰਕੇ ਫੂਡ ਪਾਈਪ ਦੇ ਵਿੱਚ ਜ਼ਖਮ ਹੋ ਜਾਂਦੇ ਆ, ਜਿਹਨੂੰ ਅਸੀਂ ਅਲਸਰ ਕਹਿੰਦੇ ਆ। ਦੋਸਤੋ ਇਸ ਸਮੱਸਿਆ ਦੇ ਵਿੱਚ ਵੀ ਪੱਥਰ ਚੱਟ ਦੇ 1 ਤੋਂ 2 ਪੱਤੇ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਣ ਦੇ ਨਾਲ ਤੇ ਉਸ ਤੋਂ ਬਾਅਦ ਗਰਮ ਜਾਂ ਕੋਸਾ ਪਾਣੀ ਪੀਣ ਦੇ ਨਾਲ ਇਹ ਸਾਡੇ ਅੰਦਰੂਨੀ ਜ਼ਖਮਾਂ ਦੀ ਭਰਪਾਈ ਕਰਦਾ ਆ ਤੇ ਅੰਦਰਲੀ ਸੋਜਿਸ਼ ਨੂੰ ਖਤਮ ਕਰਕੇ ਸਾਡੇ ਅੰਗਾਂ ਦੀ ਰਿਪੇਅਰ ਕਰਨ ਦਾ ਕੰਮ ਕਰਦਾ ਆ ਤੇ ਅਲਸਰ ਵਰਗੀ ਬਿਮਾਰੀ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਆ। ਦੋਸਤੋ ਜੇ ਤੁਹਾਨੂੰ ਪੇਟ ਦੇ ਰੋਗਾਂ ਦੀ ਸਮੱਸਿਆ ਰਹਿੰਦੀ ਹੈ, ਜਿਵੇਂ ਕਿ ਗੈਸ, ਕਬਜ਼, ਤੇਜ਼ਾਬ ਬਣਨਾ, ਜਾਂ ਤੁਹਾਡੀ ਪਾਚਨ ਕਿਰਿਆ ਹਮੇਸ਼ਾ ਹੀ ਖਰਾਬ ਰਹਿੰਦੀ ਆ, ਜਾਂ ਖਾਣਾ ਚੰਗੀ ਤਰ੍ਹਾਂ ਹਜਮ ਨਹੀਂ ਹੁੰਦਾ, ਤਾਂ ਦੇਖੋ ਇਹ ਪੱਤਾ ਇਸ ਤਰ੍ਹਾਂ ਦੀ ਸਮੱਸਿਆ ਦਾ ਵੀ ਨਾਸ਼ ਕਰਦਾ ਆ। ਦੇਖੋ ਜੇਕਰ ਤੁਸੀਂ ਇਸ ਦੇ 1 ਤੋਂ 2 ਪੱਤੇ ਨੂੰ ਸਵੇਰੇ ਖਾਲੀ ਪੇਟ ਚੰਗੀ ਤਰ੍ਹਾਂ ਚਬਾ ਕੇ ਖਾਂਦੇ ਹੋ, ਉਸ ਤੋਂ ਬਾਅਦ ਕੋਸਾ ਜਾਂ ਗਰਮ ਪਾਣੀ ਪੀਂਦੇ ਹੋ, ਤਾਂ ਇਹ ਪੇਟ ਦੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਵੀ ਤੁਹਾਨੂੰ ਛੁਟਕਾਰਾ ਦਿਲਾਉਂਦਾ ਆ। ਦੋਸਤੋ ਇਹ ਐਸਾ ਚਮਤਕਾਰੀ ਪੌਦਾ ਹੈ ਜਿਸ ਦੀ ਕੀਮਤ ਸਿਰਫ 10 ਰੁਪਏ ਹੁੰਦੀ ਹੈ ਤੇ ਇਹ ਸਾਡੇ ਬਿਮਾਰੀਆਂ ਤੇ ਖਰਚ ਹੋਣ ਵਾਲੇ ਲੱਖਾਂ ਰੁਪਏ ਬਚਾਉਂਦਾ ਹੈ ਤੇ ਸਾਨੂੰ ਤੰਦਰੁਸਤ ਰੱਖਣ ਵਿੱਚ ਬਹੁਤ ਫਾਇਦਾ ਕਰਦਾ ਹੈ। ਤੇ ਨਾਲ ਹੀ ਇਸ ਦੀ ਇੱਕ ਬਹੁਤ ਵਧੀਆ ਖਾਸੀਅਤ ਆ, ਉਹ ਖਾਸੀਅਤ ਇਹ ਆ ਕਿ ਜੇਕਰ ਅਸੀਂ ਇਹਦੇ 1 ਪੱਤੇ ਨੂੰ ਤੋੜ ਕੇ ਕਲਮ ਵਾਲੇ ਹਿੱਸੇ ਨੂੰ ਜ਼ਮੀਨ ਵਿੱਚ ਗੱਡਦੇ ਹਾਂ ਤਾਂ ਇਹ ਉਸ ਜਗ੍ਹਾ ਤੋਂ ਕੁਝ ਦਿਨਾਂ ਬਾਅਦ ਇੱਕ ਨਵਾਂ ਪੌਦਾ ਬਣ ਕੇ ਉੱਗਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਇਹਨੂੰ ਪੁਨਰ ਬੀਜ ਵੀ ਕਿਹਾ ਜਾਂਦਾ ਹੈ। ਦੇਖੋ ਜਿਨ੍ਹਾਂ ਦੇ ਸਰੀਰ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਜ਼ਿਆਦਾ ਬਣਨੀ ਸ਼ੁਰੂ ਹੋ ਜਾਂਦੀ ਆ, ਇਸ ਦੇ ਪੱਤੇ ਨੂੰ ਖਾਣ ਨਾਲ ਅਸੀਂ ਕੋਲੇਸਟ੍ਰੋਲ ਨਾਲ ਹੋਣ ਵਾਲੀਆਂ ਨਾੜੀਆਂ ਦੀ ਬਲੌਕੇਜ ਤੇ ਹਾਰਟ ਅਟੈਕ, ਸਟ੍ਰੋਕ ਵਰਗੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ।
ਕਿਉਂਕਿ ਇਸ ਦਾ ਪੱਤਾ ਸਾਡੇ ਖੂਨ ਨੂੰ ਸਾਫ਼ ਕਰਦਾ ਹੈ ਤੇ ਖੂਨ ਦੇ ਵਿੱਚ ਜੰਮੇ ਹੋਏ ਕੋਲੇਸਟ੍ਰੋਲ ਤੇ ਗੰਦਗੀ ਨੂੰ ਸਰੀਰ ਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਹੈ ਤੇ ਨਾਲ ਹੀ ਇਹ ਸਾਡੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ, ਕਿਉਂਕਿ ਹਾਈ ਬਲੱਡ ਪ੍ਰੈਸ਼ਰ ਦਾ ਮੁੱਖ ਕਾਰਨ ਸਾਡਾ ਕੋਲੇਸਟ੍ਰੋਲ ਦਾ ਵਧਣਾ ਹੁੰਦਾ ਹੈ ਤੇ ਇਹ ਪੱਤਾ ਸਾਡੇ ਸਰੀਰ ਦੇ ਵਿੱਚੋਂ ਬੈਡ ਕੋਲੇਸਟ੍ਰੋਲ ਨੂੰ ਖਤਮ ਕਰਨ ਦੇ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਦੋਸਤੋ, ਜੋ ਲੋਕ ਮੋਟਾਪੇ ਵਰਗੀ ਬਿਮਾਰੀ ਨਾਲ ਗ੍ਰਸਤ ਹੁੰਦੇ ਆ ਤਾਂ ਉਹ ਵੀ ਸਵੇਰੇ ਖਾਲੀ ਪੇਟ ਇਹਦੇ 1 ਤੋਂ 2 ਪੱਤੇ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਣ ਤੋਂ ਬਾਅਦ 1 ਤੋਂ 2 ਗਲਾਸ ਕੋਸਾ ਜਾਂ ਗਰਮ ਪਾਣੀ ਜ਼ਰੂਰ ਪੀਣ। ਦੇਖੋ, ਇੱਕ ਤਾਂ ਇਹ ਉਹਨਾਂ ਦੇ ਸਰੀਰ ਦੇ ਵਿੱਚ ਫਾਲਤੂ ਚਰਬੀ ਬਣਨ ਤੋਂ ਰੋਕੇਗਾ ਤੇ ਨਾਲੇ ਉਹਨਾਂ ਦੇ ਸਰੀਰ ਦੀ ਫਾਲਤੂ ਚਰਬੀ ਨੂੰ ਮੱਖਣ ਦੀ ਤਰ੍ਹਾਂ ਪਿਘਲਾ ਕੇ ਉਹਨਾਂ ਨੂੰ ਸਲਿਮ ਤੇ ਫਿੱਟ ਰੱਖਣ ਦੇ ਵਿੱਚ ਬਹੁਤ ਮਦਦ ਕਰੂੰਗਾ। ਦੋਸਤੋ, ਇਹ ਸਾਡਾ ਮੋਟਾਪਾ ਹੀ ਹੁੰਦਾ ਹੈ ਜੋ ਕਿ ਸਾਡੇ ਸਰੀਰ ਦੇ ਵਿੱਚ 70 ਤੋਂ ਵੀ ਵੱਧ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਹ ਸਾਡੇ ਪੂਰੇ ਸਰੀਰ ਨੂੰ ਬਿਮਾਰੀਆਂ ਦਾ ਘਰ ਬਣਾ ਦਿੰਦਾ ਹੈ, ਕਿਉਂਕਿ ਇਸ ਦੇ ਕਾਰਨ ਜੋ ਸਾਨੂੰ ਬਿਮਾਰੀਆਂ ਲੱਗਦੀਆਂ ਹੈ ਉਹ ਵੱਡੀਆਂ ਬਿਮਾਰੀਆਂ ਹੁੰਦੀਆਂ ਹੈ। ਦੇਖੋ, ਤੁਸੀਂ ਇਸ ਮੋਟਾਪੇ ਵਰਗੀ ਸਮੱਸਿਆ ਦਾ ਇਸ ਦੇ 1 ਤੋਂ 2 ਪੱਤੇ ਖਾ ਕੇ ਆਪਣੇ ਪੇਟ ਦੀ ਚਰਬੀ ਨੂੰ ਮੱਖਣ ਦੀ ਤਰ੍ਹਾਂ ਪਿਘਲਾ ਸਕਦੇ ਹਾਂ ਤੇ ਘਰ ਬੈਠੇ ਹੀ ਆਪਣਾ ਇਲਾਜ ਕਰ ਸਕਦੇ ਹਾਂ। ਦੋਸਤੋ, ਜਿਨ੍ਹਾਂ ਦੀ ਨਿਗਾਹ ਦੀ ਕਮਜ਼ੋਰੀ ਹੁੰਦੀ ਹੈ ਉਹਨਾਂ ਲਈ ਵੀ ਇਹ ਇੱਕ ਵਰਦਾਨ ਦਾ ਕੰਮ ਕਰਦਾ ਆ। ਨਿਗਾਹ ਕਮਜ਼ੋਰ ਹੋਣ ਦੇ ਨਾਲ ਜਿਨ੍ਹਾਂ ਨੂੰ ਸਿਰ ਦਰਦ ਦੀ ਸਮੱਸਿਆ ਰਹਿੰਦੀ ਆ ਜਾਂ ਫਿਰ ਅੱਖਾਂ ਵਿੱਚ ਜਲਣ ਦੀ ਸਮੱਸਿਆ ਹੁੰਦੀ ਹੈ, ਇਸ ਸਮੱਸਿਆ ਦੇ ਵਿੱਚ ਵੀ ਜੇ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਨਿਗਾਹ ਦੀ ਕਮਜ਼ੋਰੀ ਨੂੰ ਠੀਕ ਕਰਨ ਦੇ ਨਾਲ ਇਸ ਦੇ ਨਾਲ ਹੋਣ ਵਾਲੇ ਸਿਰ ਦਰਦ ਤੇ ਅੱਖਾਂ ਦੀ ਜਲਣ ਦੀ ਸਮੱਸਿਆ ਨੂੰ ਠੀਕ ਕਰਨ ਦੇ ਵਿੱਚ ਤੇ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ਦੇ ਵਿੱਚ ਇਹ ਫਾਇਦਾ ਕਰਦੀ ਆ। ਤੇ ਜੇਕਰ ਕਿਸੇ ਨੂੰ ਹੈਡੇਕ ਯਾਨੀ ਕਿ ਸਿਰ ਦਰਦ ਦੀ ਸਮੱਸਿਆ ਹੈ ਤਾਂ ਉਹ ਵੀ ਇਸ ਦੇ 1 ਤੋਂ 2 ਪੱਤੇ ਦਾ ਰਸ ਕੱਢ ਕੇ ਪੀਣ ਦੇ ਨਾਲ ਜਾਂ ਫਿਰ ਇਸ ਦੇ 1 ਤੋਂ 2 ਪੱਤੇ ਨੂੰ ਖਾਣ ਦੇ ਨਾਲ ਇਹ ਸਿਰ ਦਰਦ ਤੋਂ ਬਹੁਤ ਜਲਦੀ ਸਾਨੂੰ ਰਾਹਤ ਦਿਲਾਉਂਦਾ ਹੈ। ਤੇ ਇਸ ਤੋਂ ਇਲਾਵਾ ਦੋਸਤੋ, ਇਹਨੂੰ ਖਾਣ ਦੇ ਨਾਲ ਸਾਡੇ ਸਰੀਰ ਦੇ ਗੋਡਿਆਂ ਦੇ ਦਰਦ, ਗਠੀਏ ਦਾ ਦਰਦ ਤੇ ਹਰ ਤਰ੍ਹਾਂ ਦੇ ਜੁਆਇੰਟ ਪੇਨ ਦੀ ਸਮੱਸਿਆ ਤੋਂ ਸਾਨੂੰ ਇਹ ਰਾਹਤ ਦਿਲਾਉਂਦਾ ਹੈ। ਦੇਖੋ, ਜਿਨ੍ਹਾਂ ਦੇ ਸਰੀਰ ਤੇ ਫੋੜੇ ਫਿਣਸੀਆਂ ਨਿਕਲਦੇ ਹੋਣ ਜਾਂ ਫਿਰ ਕਿਸੇ ਦੇ ਹੱਥਾਂ ਪੈਰਾਂ ਤੇ ਨੌਂ ਕੋਰਾਂ ਬਣਦੀਆਂ ਹੋਣ ਤਾਂ ਉਹ ਵੀ ਇਸ ਦੇ 1 ਤੋਂ 2 ਪੱਤੇ ਨੂੰ ਪੀਸ ਕੇ ਫੋੜੇ ਫਿਣਸੀਆਂ ਵਾਲੀ ਜਗ੍ਹਾ ਤੇ ਲਗਾਉਣ ਦੇ ਨਾਲ ਇਹ ਇਸ ਤਰ੍ਹਾਂ ਦੀ ਸਮੱਸਿਆ ਨੂੰ ਸਿਰਫ ਕੁਝ ਹੀ ਦਿਨਾਂ ਵਿੱਚ ਠੀਕ ਕਰਨ ਵਿੱਚ ਬਹੁਤ ਮਦਦ ਕਰਦਾ ਹੈ। ਤੇ ਇਸ ਤੋਂ ਇਲਾਵਾ ਇਹ ਜਲੇ ਕੱਟੇ ਜ਼ਖਮਾਂ ਨੂੰ ਭਰਨ ਵਿੱਚ ਵੀ ਮਦਦ ਕਰਦਾ ਹੈ। ਤੇ ਤੁਸੀਂ ਇਸ ਦੇ ਪੱਤੇ ਨੂੰ ਅੱਗ ਦੇ ਸੇਕ ਤੇ ਗਰਮ ਕਰਕੇ ਜਦੋਂ ਇਹ ਥੋੜਾ ਨਰਮ ਹੋ ਜਾਵੇ ਤਾਂ ਇਸ ਦੇ ਉੱਪਰ ਸਰੋਂ ਦਾ ਤੇਲ ਲਗਾ ਕੇ ਇਦਾਂ ਕਰਕੇ ਵੀ ਜੇ ਤੁਸੀਂ ਇਹਨੂੰ ਫੋੜੇ ਫਿਣਸੀਆਂ ਵਾਲੀ ਜਗ੍ਹਾ ਤੇ ਲਗਾਉਂਦੇ ਹੋ ਤਾਂ ਇਸ ਦਾ ਬਹੁਤ ਵਧੀਆ ਅਸਰ ਤੁਹਾਨੂੰ ਦੇਖਣ ਨੂੰ ਮਿਲੇਗਾ। ਤੇ ਜੇਕਰ ਕਿਸੇ ਦੇ ਪੂਰੇ ਸਰੀਰ ਤੇ ਕੋਈ ਚਮੜੀ ਦਾ ਰੋਗ ਹੈ ਤਾਂ ਉਹ ਵੀ ਇਸ ਦੇ ਪੱਤੇ ਨੂੰ ਖਾ ਕੇ ਆਪਣੀ ਸਮੱਸਿਆ ਨੂੰ ਠੀਕ ਕਰਨ ਦੇ ਵਿੱਚ ਇਸ ਦੀ ਮਦਦ ਲੈ ਸਕਦਾ ਹੈ। ਦੇਖੋ, ਇਹੀ ਵਜ੍ਹਾ ਹੈ ਕਿ ਇਸ ਦਾ ਪ੍ਰਯੋਗ ਬਾਹਰੀ ਤੇ ਅੰਦਰੂਨੀ ਦੋਨੋਂ ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਮਤਲਬ ਕਿ ਅਸੀਂ ਇਹਨੂੰ ਖਾ ਕੇ ਵੀ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਾਂ ਤੇ ਜੇਕਰ ਕਿਸੇ ਦੇ ਸਰੀਰ ਤੇ ਬਾਹਰੀ ਅੰਗਾਂ ਤੇ ਕੋਈ ਚਮੜੀ ਦੇ ਰੋਗ ਦੀ ਜਾਂ ਜਲੇ ਕੱਟੇ ਜ਼ਖਮਾਂ ਦੀ ਸਮੱਸਿਆ ਹੈ ਤਾਂ ਅਸੀਂ ਇਸ ਦੇ ਪੱਤੇ ਨੂੰ ਬਾਹਰੋਂ ਲਗਾ ਕੇ ਵੀ ਇਸ ਤਰ੍ਹਾਂ ਦੀ ਸਮੱਸਿਆ ਨੂੰ ਠੀਕ ਕਰਨ ਦੇ ਵਿੱਚ ਇਸ ਦਾ ਫਾਇਦਾ ਲੈ ਸਕਦੇ ਹਾਂ। ਤੇ ਦੋਸਤੋ, ਤੁਸੀਂ ਜਦੋਂ ਵੀ ਇਸ ਪੱਥਰ ਚੱਟ ਦੇ ਪੱਤੇ ਦਾ ਪ੍ਰਯੋਗ ਕਰਨਾ ਹੈ, ਚਾਹੇ ਉਹ ਖਾਣ ਵਿੱਚ ਜਾਂ ਫਿਰ ਕਿਸੇ ਬਾਹਰੀ ਸਰੀਰ ਦੇ ਅੰਗਾਂ ਤੇ ਲਗਾਉਣ ਦੇ ਵਿੱਚ, ਤਾਂ ਸਭ ਤੋਂ ਪਹਿਲਾਂ ਤੁਸੀਂ ਇਸ ਦੇ ਪੱਤੇ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਨਾ ਹੈ। ਉਸ ਤੋਂ ਬਾਅਦ ਹੀ ਇਸ ਨੂੰ ਪ੍ਰਯੋਗ ਕਰਨਾ ਤੇ ਤੁਸੀਂ ਸਵੇਰੇ ਖਾਲੀ ਪੇਟ ਇਸ ਦੇ 1 ਤੋਂ 2 ਪੱਤੇ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਣ ਤੋਂ ਬਾਅਦ 1 ਤੋਂ 2 ਗਲਾਸ ਕੋਸਾ ਜਾਂ ਗਰਮ ਪਾਣੀ ਜ਼ਰੂਰ ਪੀਣਾ ਹੈ। ਤਾਂ ਦੋਸਤੋ, ਇਹ ਤਾਂ ਸੀ ਇਸ ਦੇ ਫਾਇਦੇ। ਦੇਖੋ, ਇਸ ਦੇ ਕੁਝ ਨੁਕਸਾਨ ਵੀ ਹੁੰਦੇ ਆ। ਦੇਖੋ, ਕੁਝ ਗੱਲਾਂ ਦਾ ਤੁਸੀਂ ਖਾਸ ਖਿਆਲ ਰੱਖਣਾ ਹੈ ਕਿ ਤੁਸੀਂ ਇੱਕ ਦਿਨ ਦੇ ਵਿੱਚ ਇਸ ਦੇ 1 ਤੋਂ 2 ਪੱਤੇ ਹੀ ਖਾਣੇ ਆ, ਇਸ ਤੋਂ ਜ਼ਿਆਦਾ ਨਹੀਂ ਖਾਣੇ। ਤੇ ਤੁਸੀਂ ਇਸ ਦੇ ਪੱਤੇ ਨੂੰ ਰੋਜ਼ ਨਾ ਖਾਓ, ਹਮੇਸ਼ਾ ਇੱਕ ਦਿਨ ਛੱਡ ਕੇ ਹੀ ਖਾਓ ਜਾਂ ਫਿਰ ਹਫ਼ਤੇ ਵਿੱਚ 2 ਵਾਰ ਖਾ ਸਕਦੇ ਹੋ। ਇਸ ਤੋਂ ਇਲਾਵਾ ਛੋਟੇ ਬੱਚੇ ਤੇ ਪ੍ਰੈਗਨੈਂਟ ਲੇਡੀਜ਼ ਇਹਨੂੰ ਨਾ ਖਾਣ, ਬਾਕੀ ਕੋਈ ਵੀ ਇਹਨੂੰ ਖਾ ਸਕਦਾ ਹੈ ਤੇ ਇਸ ਦਾ ਫਾਇਦਾ ਲੈ ਸਕਦਾ ਹੈ। ਤਾਂ ਦੋਸਤੋ, ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ। ਤੁਸੀਂ ਹਮੇਸ਼ਾ ਫਿੱਟ ਰਹੋ, ਤੰਦਰੁਸਤ ਰਹੋ, ਇਹੀ ਅਸੀਂ ਚਾਹੁੰਦੇ ਹਾਂ।